ਪਿਛਲੇ ਲੈਕਚਰ ਦੇ ਵਿੱਚ ਦੋ ਚਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜਿਆਂ ਵਿੱਚ ਆਪਾਂ ਪੜ੍ਹਿਆ ਸੀਗਾ ਕਿ ਸਾਨੂੰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਿਚੁਏਸ਼ਨਸ ਆਉਂਦੀਆਂ ਜਿੱਥੇ ਸਾਨੂੰ ਦੋ ਚਲਾਂ ਵਾਲੇ ਰੇਖੀ ਸਮੀਕਰਨਾਂ ਨੂੰ ਵਰਤਣਾ ਪੈਂਦਾ ਹੈ। ਜਦੋਂ ਅਸੀਂ ਦੋ ਚਲਾਂ ਵਾਲੇ ਦੋ ਰੇਖੀ ਸਮੀਕਰਨਾਂ ਨੂੰ ਸਾਈਮਲਟੇਨੀਅਸਲੀ ਸੋਲਵ ਕਰਦੇ ਹਾਂ ਤੇ ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਦੋ ਚਲਾਂ ਵਾਲੇ ਰੇਖੀ ਸਮੀਕਰਨਾਂ ਦੇ ਜੋੜਿਆਂ ਨੂੰ ਸੋਲਵ ਕਰਨਾ। ਇਹਨਾਂ ਨੂੰ ਸੋਲਵ ਕਰਨ ਦੇ ਬਾਰੇ ਤੁਹਾਨੂੰ ਦੱਸਿਆ ਸੀ ਮੈਂ ਕਿ ਸਾਡੇ ਕੋਲ ਦੋ ਤਰੀਕੇ ਹੁੰਦੇ ਆ। ਇੱਕ ਸਾਡੇ ਕੋਲ ਹੁੰਦਾ ਹੈ ਗ੍ਰਾਫਿਕ ਮੈਥਡ, ਦੂਸਰਾ ਹੁੰਦਾ ਹੈ ਅਲਜਬਰਿਕ ਮੈਥਡ। ਪਿਛਲੇ ਲੈਕਚਰ ਦੇ ਵਿੱਚ ਤੁਹਾਨੂੰ ਗ੍ਰਾਫਿਕ ਮੈਥਡ ਬਾਰੇ ਬੜੀ ਡਿਟੇਲ ਦੇ ਵਿੱਚ ਸਮਝਾਇਆ ਸੀਗਾ ਕਿ ਦੋ ਚਲਾਂ ਵਾਲੇ ਜਿਹੜੇ ਰੇਖੀ ਸਮੀਕਰਨਾਂ ਦੇ ਜੋੜੇ ਹਨ ਉਹਨਾਂ ਨੂੰ ਅਸੀਂ ਗ੍ਰਾਫਿਕ ਮੈਥਡ ਦੇ ਵਿੱਚ ਅਸੀਂ ਜਿਹੜੀਆਂ ਉਹਨਾਂ ਦੀਆਂ ਦੋ ਲਾਈਨਾਂ ਬਣਦੀਆਂ ਸਾਡੇ ਕੋਲ, ਜਿਹੜੀਆਂ ਅਸੀਂ ਨਾਲ ਦੀ ਨਾਲ ਦੋਨੋਂ ਰੇਖੀ ਸਮੀਕਰਨਾਂ ਦੀ ਮਦਦ ਨਾਲ ਬਣਾਉਂਦੇ ਹਾਂ। ਤੇ ਜਦੋਂ ਉਹ ਜਿਹੜੀਆਂ ਦੋ ਲਾਈਨਾਂ ਆਪਸ ਦੇ ਵਿੱਚ ਇੱਕ ਜਗ੍ਹਾ ਤੇ ਕੱਟਦੀਆਂ ਹੈ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਉਸ ਸਮੀਕਰਨ ਦਾ ਕੀ ਹੈ, ਸਾਡੇ ਕੋਲ ਵਿਲੱਖਣ ਹੱਲ ਹੈ। ਤੇ ਜਦੋਂ ਦੋਨੋਂ ਰੇਖਾਵਾਂ ਸਾਡੇ ਕੋਲ ਸਮਾਨਾਂਤਰ ਹੁੰਦੀਆਂ ਹਨ ਤਾਂ ਉਸ ਰੇਖੀ ਸਮੀਕਰਨਾਂ ਦੇ ਜੋੜੇ ਦਾ ਕੋਈ ਵੀ ਹੱਲ ਨਹੀਂ ਹੁੰਦਾ। ਪਰ ਅਗਰ ਉਹ ਕੋਇਨਸਾਈਡ ਕਰਦੀਆਂ ਹਨ ਜਾਂ ਉਹ ਸੰਪਾਤੀ ਹੁੰਦੀਆਂ ਹਨ ਤਾਂ ਉਸ ਰੇਖੀ ਸਮੀਕਰਨ ਜੋੜੇ ਦੇ ਸਾਡੇ ਕੋਲ ਅਨੇਕਾਂ ਹੀ ਹੱਲ ਹੁੰਦੇ ਹਨ। ਅੱਜ ਅਸੀਂ ਦੇਖਾਂਗੇ, ਪੜਾਂਗੇ ਕਿ ਇਹਨਾਂ ਰੇਖੀ ਸਮੀਕਰਨਾਂ ਨੂੰ ਸੋਲਵ ਕਰਨ ਦਾ ਜਿਹੜਾ ਅਲਜਬਰਿਕ ਮੈਥਡ ਹੈ ਉਹ ਕੀ ਹੈ। ਆਪਾਂ ਚੱਲਦੇ ਹਾਂ। ਪਿਛਲੇ ਲੈਕਚਰ ਦੇ ਵਿੱਚ ਅਸੀਂ ਇਹ ਵੀ ਦੇਖਿਆ ਸੀ ਕਿ ਜਦੋਂ ਅਸੀਂ ਗੁਣਾਂਕਾਂ ਦੇ ਅਨੁਪਾਤਾਂ ਦੀ ਤੁਲਨਾ ਕਰਕੇ ਅਸੀਂ ਹੱਲ ਦੇ ਕਿਸਮ ਦਾ ਜਿਹੜਾ ਹੈ ਉਹ ਪਤਾ ਲਗਾ ਸਕਦੇ ਹਾਂ। ਉਹਨੂੰ ਅਨੁਪਾਤਾਂ ਦੀ ਤੁਲਨਾ ਕੀ ਕੀਤੀ ਸੀ, ਗੁਣਾਂਕ ਕੀ ਹੁੰਦੇ ਆ ਕਿ ਜਿੱਦਾਂ ਅਗਰ ਸਾਡੇ ਕੋਲ ਜਨਰਲ ਫਾਰਮ ਹੈ ax plus by is equal to c, ax plus by is equal to c, ਤਾਂ ਆ ਸਾਡੇ ਕੋਲ ਕੀ ਸੀ, ਸਾਰੇ ਕੀ ਹੈ, ਗੁਣਾਂਕ ਹੈ। ਜਾਂ ਇਹਨੂੰ ਅਸੀਂ ਜਨਰਲ ਫਾਰਮ 'ਚ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਕਿ ax plus by minus c is equal to ਕੀ ਹੈ, ਸਾਡੇ ਕੋਲ 0 ਹੈ। ਠੀਕ ਹੈ, ਹੁਣ ਇਹਦੇ ਗੁਣਾਂਕ ਕੀ ਹੈ, ਜਦੋਂ ਸਾਡੇ ਕੋਲ ਦੋ ਬਣ ਗਏ ਸੀ ਤਾਂ ਕੀ ਬਣ ਗਿਆ ਸੀ, a1x plus b1y plus c1 is equal to 0। दूसरी की बनेगी a2x plus b2y minus c2 is equal to 0। अनुपातां दी जदों असीं तुलना करते हैं कि अगर साडे कोल a1 बटा a2 is not equal to b1 बटा b2 ਤਾਂ ਅਸੀਂ ਬੱਚੋ ਗ੍ਰਾਫ ਬਣਾ ਕੇ ਦੇਖਿਆ ਸੀ। ਇਹਨਾਂ ਦਾ ਜਿਹੜਾ ਗ੍ਰਾਫ ਆਇਆ ਸੀ ਉਹ ਕੀ ਆਈਆਂ ਸੀ, ਕੱਟਦੀਆਂ ਰੇਖਾਵਾਂ। ਤੇ ਉਹਦਾ ਅਸੀਂ ਹੱਲ ਕੀ ਲਿਖਿਆ ਸੀਗਾ ਕਿ ਉਹਦਾ ਕੀ ਹੈ, ਇੱਕ ਯੂਨੀਕ ਹੱਲ ਹੈ ਜਿਸ ਬਿੰਦੂ ਤੇ ਉਹ ਦੋਨੋਂ ਰੇਖਾਵਾਂ ਆਪਸ ਦੇ ਵਿੱਚ ਕੱਟਦੀਆਂ ਹਨ ਉਹ ਉਸ ਰੇਖੀ ਸਮੀਕਰਨ ਜੋੜੇ ਦਾ ਕੀ ਹੈ, ਹੱਲ ਹੈ। ਤੇ ਜਦੋਂ ਸਾਡੇ ਕੋਲ ਇਹ ਤਿੰਨੋਂ ਜਿਹੜੇ ਕੋਫੀਸ਼ੀਐਂਟਸ ਹੈ a1 by a2 is equal to b1 by b2 is equal to c1 by c2, ਇਹ ਤਿੰਨੋਂ ਜਿਹੜੇ ਹੈ ਆਪਸ ਦੇ ਵਿੱਚ ਬਰਾਬਰ ਹੁੰਦੇ ਆ ਤਾਂ ਉਸ ਵੇਲੇ ਸਾਡੀਆਂ ਰੇਖਾਵਾਂ ਕੀ ਕਰਦੀਆਂ ਸੀਗੀਆਂ, ਕੋਇਨਸਾਈਡ ਕਰਦੀਆਂ ਸੀ। ਮਤਲਬ ਇੱਕ ਦੇ ਉੱਤੇ ਸਾਡੇ ਕੋਲ ਦੂਸਰੀ ਰੇਖਾ ਆ ਜਾਂਦੀ ਸੀ। ਤਾਂ ਉਸ ਰੇਖੀ ਜੋੜੇ ਦੇ ਕਿਸ ਤਰ੍ਹਾਂ ਦੇ ਹੱਲ ਹੁੰਦੇ ਸੀ, ਅਸੀਮਿਤ ਰੂਪ ਵਿੱਚ ਅਨੇਕ ਹੱਲ, ਜਾਂ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਇਨਫਿਨਿਟਲੀ ਮੈਨੀ ਸੋਲਿਊਸ਼ਨਸ ਇਹਨਾਂ ਦੇ ਹੁੰਦੇ ਹੈ। ਤੀਸਰੀ ਸੀ ਸਾਡੇ ਕੋਲ ਕਿ ਅਗਰ a1 by a2 ਬਰਾਬਰ ਹੈ b1 by b2 ਬਟ ਨਹੀਂ ਬਰਾਬਰ ਹੈ c1 by c2, ਤਾਂ ਉਸ ਵੇਲੇ ਸਾਡੇ ਕੋਲ ਕਿੱਦਾਂ ਦੀਆਂ ਬੱਚਿਓ ਰੇਖਾਵਾਂ ਬਣੀਆਂ ਸੀ, ਸਮਾਨਾਂਤਰ ਰੇਖਾਵਾਂ। ਜਦੋਂ ਸਾਡੇ ਕੋਲ ਸਮਾਨਾਂਤਰ ਰੇਖਾਵਾਂ ਪੈਰਲਲ ਲਾਈਨਸ ਬਣਦੀਆਂ ਉਸ ਵੇਲੇ ਉਸ ਰੇਖੀ ਜੋੜੇ ਦਾ ਕੋਈ ਵੀ ਹੱਲ ਨਹੀਂ ਹੁੰਦਾ, ਨੋ ਸੋਲਿਊਸ਼ਨ। ਹੁਣ ਇਹਦੇ ਤੇ ਬੇਸਡ ਆਪਾਂ ਪਹਿਲੇ ਕੁਐਸਚਨ ਕਰਾਂਗੇ। 2 ਨੰਬਰ ਦੇ ਵਿੱਚ ਅਕਸਰ ਇਹ ਕੁਐਸਚਨ ਆ ਜਾਂਦਾ ਹੈ, 2 ਨੰਬਰ ਦੇ ਵਿੱਚ ਇਹ ਅਕਸਰ ਕੁਐਸਚਨ ਆ ਜਾਂਦਾ ਹੈ। ਇਹਨੂੰ ਕਰਨ ਲਈ ਆਪਾਂ ਕੀ ਕਰਦੇ ਹਾਂ, P ਦੇ ਕਿਹੜੇ ਮੁੱਲਾਂ ਲਈ ਹੇਠ ਲਿਖੇ ਸਮੀਕਰਨ ਜੋੜਿਆਂ ਦੇ ਦਾ ਇੱਕ ਵਿਲੱਖਣ ਹੱਲ ਹੈ। ਠੀਕ ਹੈ, ਆ ਸਾਡੇ ਕੋਲ ਪਹਿਲਾ ਰੇਖੀ ਸਮੀਕਰਨ ਹੋ ਗਿਆ, ਆ ਸਾਡੇ ਕੋਲ ਦੂਸਰਾ ਰੇਖੀ ਸਮੀਕਰਨ ਜਿਹੜਾ ਆ ਹੋ ਗਿਆ। ਇਹਨੂੰ ਕੀ ਆ, ਆਪਾਂ ਜਦੋਂ ਇਹਦੇ ਜਿਹੜੇ ਗੁਣਾਂਕ ਹੈ ਉਹਨਾਂ ਨੂੰ ਕੀ ਕਰਦੇ ਆ, ਉਹਨਾਂ ਨੂੰ ਕੀ ਕਰਦੇ ਆ ਜਦੋਂ ਕੰਪੇਅਰ ਕਰਾਂਗੇ ਇਹਦਾ ਹੁਣ ਗੁਣਾਂਕ ਕੀ ਹੋ ਗਿਆ ਤੁਹਾਡੇ ਕੋਲ 4/2। ਹੁਣ ਮੈਂ ਕੀ ਕਿਹਾ ਸੀਗਾ ਪਹਿਲੇ, ਆ ਇਹਦਾ ਗੁਣਾਂਕ ਕੀ ਆ 4, ਇਹਦਾ ਕੀ ਆ ਤੁਹਾਡੇ ਕੋਲ 2। ਆ ਸਾਡੇ ਕੋਲ ਰੇਖੀ ਸਮੀਕਰਨ ਜੋੜਾ ਹੋ ਗਿਆ। ਆ ਮੇਰੇ ਕੋਲ ਪਹਿਲਾ ਸਮੀਕਰਨ ਹੈ, ਆ ਮੇਰੇ ਕੋਲ ਦੂਜਾ ਸਮੀਕਰਨ ਹੈ। a1 ਮੇਰੇ ਕੋਲ ਕਿੰਨਾ ਹੋ ਗਿਆ 4, a2 ਮੇਰੇ ਕੋਲ ਕਿੰਨਾ ਹੋ ਗਿਆ 2। ਇਸ ਤਰ੍ਹਾਂ ਹੀ b1 ਮੇਰੇ ਕੋਲ ਕਿੰਨਾ ਹੋ ਗਿਆ p ਤੇ b2 ਮੇਰੇ ਕੋਲ ਕਿੰਨਾ ਹੋ ਗਿਆ 2। ਹੁਣ ਅਸੀਂ ਦੇਖ ਕੇ ਆਏ ਹਾਂ ਪਿਛਲੇ ਟੇਬਲ ਦੇ ਵਿੱਚ ਵੀ ਕਿ ਸਮੀਕਰਨ ਜੋੜੇ ਦਾ ਇੱਕ ਵਿਲੱਖਣ ਹੱਲ ਹੁੰਦਾ ਹੈ when a1 by a2 is not equal to b1 by b2। ਇਹਦਾ ਕੀ ਮਤਲਬ ਹੋ ਗਿਆ 4/2 ਜਿਹੜਾ ਹੈ ਉਹ ਕਿਤੇ ਨਹੀਂ ਬਰਾਬਰ ਹੈ p/2 ਦੇ। ਜਦੋਂ ਬਰਾਬਰ ਨੂੰ ਪਾ ਕੇ ਆਪਾਂ ਲਾਈਨ ਮਾਰ ਦਿੰਨੇ ਆ ਤੇ ਇਹਦਾ ਮਤਲਬ ਹੁੰਦਾ ਨਹੀਂ ਬਰਾਬਰ ਹੈ। ਇਹਦਾ ਮਤਲਬ ਕੀ ਹੋ ਗਿਆ ਤੁਹਾਡੇ ਕੋਲ 4/2, ਆ 2 ਇੱਧਰ ਆ ਗਿਆ
नॉट इक्वल टू की आ गया साडे कोल p, आ 2 नाल 2 कट गए, दैट मीनस कि p नॉट इक्वल टू 4 दे लई इस समीकरण जोड़े दा जिहड़ा की है विलखण हल है। ठीक है, 4 नूं छड्ड के बाकी सारे रियल नंबर्स दे लई इस समीकरण जोड़े दा की होएगा, एक विलखण हल होएगा। बच्चों कई बारी 2 नंबर दे विच ये क्वेश्चन जिहड़ा आ जांदा। नैक्सट इसे टाइप दा है कि k दे किहड़े मुल्लां लई हेठ दिते समीकरण जोड़े दा कोई हल नहीं है। दैट मीनस कि फॉर वट वैल्यूज ऑफ के दिस इक्वेशन हैज़ नो सोल्यूशन। हुण देखो आ साडे कोल पहला समीकरण आ गया, आ साडे कोल दूजा समीकरण आ गया। ठीक है, हुण इहदे विच मेरे कोल a1 कितना आ गया 3, a2 कितना आ गया मेरे कोल बच्चों, आ गुणांक हुंदा जिहड़ा चलदे अगे गुणा होया होया अंक, उहनूं आपां गुणांक कहने आ। तुहानूं पिछले लैक्चर च काफ़ी डिटेल च इहदे बारे समझाया सीगा। इदां ही तुहाडा b1 कितना आ 1, हुण y दे अगे 1 गुणा होया होया, ते b2 तुहाडे कोल कितना आ गया बच्चों k -1। इदां ही जिहड़ा तुहाडे कोल c1 जिहड़ा है वो की आ जाएगा -1, ते c2 तुहाडे कोल की आ जाएगा -2k + 1, क्योंकि आपां जिहड़ी जनरल फॉर्म है उहदे विच इहनूं 1 नूं इधर लैके आने, उधर की कर दिंदे इक्वल टू 0, मतलब आ चीज़ नूं इधर लिया के इधर की कर दिंदे आपां इक्वल टू 0। हुण आपां ये देखना है कि किस के दे किहड़े मुल्लां लई इस समीकरण जोड़े दा कोई हल नहीं है। मेरे कोल की कंडीशन सीगी a1/a2 इज इक्वल टू b1/b2 बट इज नॉट इक्वल टू c1/c2। ठीक है, हुण a1/a2 की आ गया मेरे कोल 3/2k - 1 इज इक्वल टू b1/b2, ये की आ गया मेरे कोल k - 1 इज नॉट इक्वल टू c1/c2, वो की आ गया मेरे कोल -1, ते इत्थे मेरे कोल की आ गया -2k + 1। हुण मैं पहले इन्हां दोनों नूं लै लेना, नाल ही अगले दोनों नूं लै लेना, फिर उन्हां लई देखना कि किहड़ी वैल्यू जिहड़ी k दी है इन्हां दोनों नूं सैटिस्फाई करूगी। इज इक्वल टू 1/k - 1 एंड 1/k - 1 इज नॉट इक्वल टू -2k + 1। ठीक है, ये तो माइनस नाल माइनस जिहड़ी है कैंसल आउट होगी। इधर मेरे कोल की बन गया क्रॉस मल्टीप्लाई आपां करांगे बच्चों, आ की हो गया तुहाडे कोल 3 गुना k - 1, इधर की हो गया तुहाडे कोल 1 गुना 2k - 1, ये की बन गया मेरे कोल 3k - 3, इधर की बन गया मेरे कोल 2k - 1। इधर मेरे कोल हुण की आ गया, इहनूं जदों असीं सॉल्व करांगे तो मेरे कोल की आ गया k इज इक्वल टू 3k - 2k कितना आ गया k -1 + 3, ये की आ गया k इज इक्वल टू की आ गया मेरे कोल 2 दे बराबर जिहड़ा है वो आ गया। ठीक है, उस तो बाद देखो आपां इहनूं मल्टीप्लिकेशन एक बार चैक कर लीए, 3k - 3 इधर की आ गया 2k - 1, ते जदों मैं इहनूं सॉल्व करूँगी तो मेरे कोल की आ रहा है 2k + 1 इज नॉट इक्वल टू k - 1। ठीक है, एक ही आ गया मेरे को 2k, इधरले पासे -k आ गया, इधर की आ गया मेरे को नॉट इक्वल टू -1, तो इत्थे भी की आ गया -1। ਇਹਦਾ मतलब की है k ਜਿਹੜਾ है दैट इज नॉट इक्वल टू की आ जाएगा मेरे को -2। ਇਹਦਾ मतलब की है कि इस समीकरण जोड़े का कोई हल नहीं है किदे लिए k बराबर 2 ਅਤੇ k नहीं बराबर है -2 ਲਈ, ਜਾਂ ਆਪਾਂ ਇਹ ਕਹਿ ਦਿੰਦੇ ਆ कि k बराबर 2 ਦੇ ਲਈ इस समीकरण ਦਾ ਜਿਹੜਾ है ਸਾਡੇ ਕੋਲ कोई भी हल नहीं है। ਹੁਣ ਅਸੀਂ ਦੇਖਦੇ ਹਾਂ ਇੱਕੋ ਹੀ क्वेश्चन ਦੇ ਵਿੱਚ ਇਹ ਤਿੰਨੋਂ ਹੀ for what value of k the following pair of linear equation has no solution, infinitely many solution, no solution मतलब कोई हल नहीं, infinitely many solution मतलब असीम रूप विच कई हल, यूनिक solution मतलब विलक्षण हल। तो मेरे को जड़ियाँ समीकरण की है, एक हैगा k + 3 बराबर है k - 3 दे, आ मेरे को पहला हो गया, तो आ मेरे को की है दूसरा समीकरण हो गया। ठीक है, हुण मैं की पढ़िया सीगा कि सिस्टम विल हैव नो सल्यूशन, system will have no solution if a1 by a2 is equal to b1 by b2 but not equal to c1 by c2। इत्थे आपां की लवांगे k बटा 12 बराबर है 3 बटा k बट नहीं बराबर है आप माइनस इदा ही आ जाएगा, फिर कैंसल आउट हो जाएगा, -3 बटा की आ गया तुहाडे कोल -k, ये आपस दे विच कैंसल हो गया। हुण इहदा मतलब की बनिया कि k बटा 12 जिहड़ा है दैट इज इक्वल टू 3 बटा k, एंड दूजा आपां की चैक करना है 3 बटा k इज नॉट इक्वल टू k बाय -3 बाय की आ जाएगा तुहाडे कोल k।
ਹੁਣ ਇੱਥੇ ਕੀ ਆ ਗਿਆ ਸਾਡੇ ਕੋਲ k ਸਕੁਅਰ ਕਿਹਦੇ ਬਰਾਬਰ ਆ ਗਿਆ ਬੱਚੋ 36 ਦੇ। ਠੀਕ ਹੈ, ਹੁਣ ਜੇ k ਸਕੁਅਰ 36 ਦੇ ਆਇਆ ਤਾਂ ਜਦੋਂ ਆਪਾਂ ਇਹਦਾ ਸਕੁਅਰ ਰੂਟ ਲਵਾਂਗੇ ਤਾਂ ਦੈਟ ਮੀਨਸ k ਇਜ਼ ਇਕੁਅਲ ਟੂ ਕੀ ਆ ਗਿਆ ਪਲੱਸ ਮਾਈਨਸ 6 ਦੇ। ਦੂਜੇ ਪਾਸੇ ਮੇਰੇ ਕੋਲ ਕੀ ਆ ਰਿਹਾ ਹੈ 3k ਇਜ਼ ਨਾਟ ਇਕੁਅਲ ਟੂ ਐਂਡ 3k ਇਜ਼ ਨਾਟ ਇਕੁਅਲ ਟੂ k ਇੰਟੂ k ਮਾਈਨਸ 3। ਠੀਕ ਹੈ, ਉਹ ਕੀ ਆ ਗਿਆ 3k ਇਜ਼ ਨਾਟ ਇਕੁਅਲ ਟੂ k ਸਕੁਅਰ ਮਾਈਨਸ ਕੀ ਆ ਜਾਏਗਾ ਤੁਹਾਡੇ ਕੋਲ 3k। ਠੀਕ ਹੈ, ਕੀ ਆ ਜਾਏਗਾ k ਸਕੁਅਰ 3k ਇਜ਼ ਨਾਟ ਇਕੁਅਲ ਟੂ k ਸਕੁਅਰ ਮਾਈਨਸ 3k, ਜਾਂ ਆਪਾਂ ਇਹਨੂੰ ਕੀ ਲਿਖ ਦਿਆਂਗੇ 6k ਇਜ਼ ਨਾਟ ਇਕੁਅਲ ਟੂ ਕੀ ਆ ਜਾਏਗਾ ਤੁਹਾਡੇ ਕੋਲ k ਸਕੁਅਰ। ਠੀਕ ਹੈ, ਜਾਂ ਕੀ ਆ ਜਾਏਗਾ ਤੁਹਾਡੇ ਕੋਲ k ਇਜ਼ ਨਾਟ ਇਕੁਅਲ ਟੂ 6 ਬਿਕੋਜ਼ k ਕਾਂਟ ਬੀ 0, ਤਾਂ ਇਹਨੂੰ ਆਪਾਂ ਜਿਹੜਾ ਖਤਮ ਕਰ ਦਿੰਦੇ ਆ ਤਾਂ k ਕੀ ਆ ਜਾਏਗਾ ਨਹੀਂ ਬਰਾਬਰ ਹੈ 6 ਦੇ। ਇੱਥੇ ਮੇਰੇ ਕੋਲ ਕੀ ਆਇਆ ਸੀ k ਜਿਹੜਾ ਬਰਾਬਰ ਕਿਹਦੇ ਆਇਆ ਸੀ ਪਲੱਸ ਮਾਈਨਸ 6 ਦੇ। ਇਹਦਾ ਮਤਲਬ 6 ਦੀ ਪੋਸੀਬਿਲਿਟੀ ਤਾਂ ਰੂਲ ਆਊਟ ਹੋ ਗਈ ਸਾਡੇ ਕੋਲ। ਇਹਦਾ ਮਤਲਬ ਸਿਸਟਮ ਦੇ ਕਦੋਂ ਹੋਊਗਾ ਨੋ ਸੋਲਿਊਸ਼ਨ, ਸਿਸਟਮ ਵਿਲ ਹੈਵ ਨੋ ਸੋਲਿਊਸ਼ਨ ਫॉर, ਆਪਾਂ ਇਹਨਾਂ ਚੋਂ ਇਹੀ ਲੈਣਾ ਨਾ ਕਿਉਂਕਿ 6 ਵਾਲੀ ਪੋਸੀਬਿਲਿਟੀ ਤਾਂ ਰੂਲ ਆਊਟ ਹੋ ਗਈ। k ਜਿਹੜਾ ਹੈ ਬਰਾਬਰ -6 ਦੇ ਲਈ ਜਿਹੜਾ ਸਾਡੇ ਕੋਲ ਸਿਸਟਮ ਹੈ ਉਹਦੇ ਜਿਹੜਾ ਹੈ ਕੋਈ ਵੀ ਸੋਲਿਊਸ਼ਨ ਨਹੀਂ ਹੋਏਗਾ। ਹੁਣ ਨੈਕਸਟ ਮੈਂ ਲੈਣਾ ਹੈ ਸਿਸਟਮ ਕਦੋਂ ਹੋਏਗਾ ਸਾਡੇ ਕੋਲ ਇਨਫਿਨਿਟਲੀ ਮੈਨੀ ਸੋਲਿਊਸ਼ਨ। ਇਨਫਿਨਿਟਲੀ ਮੈਨੀ ਸੋਲਿਊਸ਼ਨਸ ਕਦੋਂ ਸੀ ਜਦੋਂ a1 by a2 is equal to b1 by b2, ਆ ਸੈਕਿੰਡ ਪਾਰਟ ਹੈ ਤੁਹਾਡੇ ਕੋਲ, is equal to ਕੀ ਸੀਗਾ c1 by c2। ਠੀਕ ਹੈ, ਹੁਣ ਮੈਂ ਆ ਜਿਹੜੇ a1 by a2 b1 by b2 ਇੱਥੋਂ ਲਿਖ ਲੈਣੀ ਹੈ ਕਿਹਦੇ ਬਰਾਬਰ ਹੈ k ਬਟਾ 12 is equal to 3 ਬਟਾ k is equal to k minus 3 ਬਟਾ ਕੀ ਆ ਜਾਏਗਾ ਮੇਰੇ ਕੋਲ k। ਠੀਕ ਹੈ, ਇੱਥੋਂ ਹੁਣ ਪਹਿਲੇ ਇਹਨਾਂ ਦੋਨਾਂ ਨੂੰ ਲੈਣੇ ਆਪਾਂ ਤਾਂ ਕੀ ਆ ਜਾਏਗਾ k ਬਟਾ 12 is equal to 3 by k and ਦੋਨੋਂ ਹੀ ਆਪਾਂ ਕੰਸੀਡਰ ਕਰਨੇ ਆ 3 ਬਟਾ k is equal to k minus 3 over k। ਇਹ ਕੀ ਆ ਗਿਆ ਤੁਹਾਡੇ ਕੋਲ k ਸਕੁਅਰ ਕਿਹਦੇ ਬਰਾਬਰ ਆ ਗਿਆ 36 ਦੇ, ਤੇ 3k ਕਿਹਦੇ ਬਰਾਬਰ ਆ ਗਿਆ ਤੁਹਾਡੇ ਕੋਲ k ਇੰਟੂ k ਮਾਈਨਸ 3। ਹੁਣ k ਕਿਹਦੇ ਬਰਾਬਰ ਆ ਗਿਆ ਤੁਹਾਡੇ ਕੋਲ ਪਲੱਸ ਮਾਈਨਸ 6 ਦੇ, ਤੇ ਇੱਧਰਲੇ ਪਾਸੇ ਤੁਹਾਡੇ ਕੋਲ ਕੀ ਆ ਗਿਆ 3k ਇਜ਼ ਇਕੁਅਲ ਟੂ k ਸਕੁਅਰ ਮਾਈਨਸ 3k। ਆ 3k ਇੱਧਰ ਚਲਾ ਗਿਆ, ਕੀ ਹੋ ਗਿਆ 3k ਪਲੱਸ 3k ਇਜ਼ ਇਕੁਅਲ ਟੂ ਕੀ ਆ ਗਿਆ k ਸਕੁਅਰ। ਇਹ ਕੀ ਆ ਗਿਆ ਤੁਹਾਡੇ ਕੋਲ 6k ਇਜ਼ ਇਕੁਅਲ ਟੂ k ਸਕੁਅਰ, ਤੇ k ਕਿਹਦੇ ਬਰਾਬਰ ਆ ਗਿਆ ਤੁਹਾਡੇ ਕੋਲ 6 ਦੇ, ਤੇ ਇੱਧਰਲੇ ਪਾਸੇ ਕੀ ਆ ਤੁਹਾਡੇ ਕੋਲ k ਕਿਹਦੇ ਬਰਾਬਰ ਆ ਰਿਹਾ ਹੈ ਪਲੱਸ ਮਾਈਨਸ 6 ਦੇ। ਇਹਦਾ ਮਤਲਬ ਫॉर k ਇਜ਼ ਇਕੁਅਲ ਟੂ 6 system will have infinitely many solutions, infinitely many solution। ਹੁਣ ਮੇਰੇ ਕੋਲ ਆ ਗਿਆ ਜੀ ਥਰਡ ਪਾਰਟ। ਹੁਣ ਯੂਨੀਕ ਸੋਲਿਊਸ਼ਨ ਕਦੋਂ ਹੁੰਦਾ ਸੀ, ਵਿਲੱਖਣ ਹੱਲ ਕਦੋਂ ਹੁੰਦਾ ਸੀ when a1 by a2 is not equal to b1 by b2। ਉਦੋਂ ਅਸੀਂ ਕਹਿੰਦੇ ਸੀ ਕਿ ਜਿਹੜਾ ਸਿਸਟਮ ਹੈ ਸਾਡਾ ਰੇਖੀ ਸਮੀਕਰਨਾਂ ਦਾ ਜਿਹੜਾ ਜੋੜਾ ਹੈ ਪ੍ਰਣਾਲੀ ਹੈ ਸਾਡੀ ਉਹਦਾ ਕੀ ਹੈ ਵਿਲੱਖਣ ਹੱਲ ਹੈ। ਉਹਦੇ ਲਈ ਆਪਾਂ ਕੀ ਕਰਾਂਗੇ k ਬਟਾ 12 ਜਿਹੜਾ ਹੈ that is not equal to ਕਿਹਦੇ ਆ ਜਾਏਗਾ 3 ਬਟਾ k ਦੇ। ਠੀਕ ਹੈ, ਇਹਦਾ ਮਤਲਬ ਕੀ ਹੈ ਕਿ k ਸਕੁਅਰ ਜਿਹੜਾ ਹੈ ਉਹ ਨਹੀਂ ਬਰਾਬਰ ਹੋਣਾ ਚਾਹੀਦਾ 36 ਦੇ। that means k should not be equal to plus minus 6। ਇਹਦਾ ਮਤਲਬ ਕੀ ਹੈ ਕਿ system will have a unique solution except for 6 and minus 6। ਮਤਲਬ 6 ਅਤੇ minus 6 ਤੋਂ ਇਲਾਵਾ ਸਾਰੇ ਹੀ ਰੀਅਲ ਨੰਬਰਸ ਦੇ ਲਈ ਜਿਹੜਾ ਸਿਸਟਮ ਹੈ ਉਹਦੇ ਕੀ ਹੋਏਗਾ ਇੱਕ ਯੂਨੀਕ ਸੋਲਿਊਸ਼ਨ ਹੋਏਗਾ, ਇੱਕ ਵਿਲੱਖਣ ਹੱਲ ਹੋਊਗਾ ਕਿ ਸਿਸਟਮ will have unique solution for all reals। ਇਹਨੂੰ for all ਕਹਿੰਦੇ ਆ, for all reals except ਕਿਹੜਾ ਲੈ ਲੈਣਾ ਸੀ ਛੱਡ ਕੇ ਕਿਨੂੰ 6 and minus 6। ਠੀਕ ਹੈ, ਕਲੀਅਰ ਹੈ। ਇਹ ਮੈਂ ਤੁਹਾਨੂੰ ਤਿੰਨੋਂ ਹੀ ਇੱਕੋ ਹੀ ਕੁਐਸਚਨ ਦੇ ਵਿੱਚ ਕਰਾਤੇ। ਇਹਨਾਂ ਵਿੱਚੋਂ ਕੋਈ ਇੱਕ ਪਾਰਟ ਜਿਹੜਾ ਹੈ ਅਕਸਰ ਤੁਹਾਨੂੰ ਪੇਪਰ ਦੇ ਵਿੱਚ ਸੋਲਵ ਕਰਨ ਦੇ ਲਈ ਆ ਜਾਂਦਾ ਹੈ। ਉਸ ਤੋਂ ਬਾਅਦ ਹੁਣ ਅੱਜ ਅਸੀਂ ਮੇਨ ਡਿਸਕਸ਼ਨ ਕਰਨੀ ਹੈ ਕਿ ਸਾਡੇ ਕੋਲ ਕਿਸੇ ਪੇਅਰ ਆਫ ਲੀਨੀਅਰ ਇਕੁਏਸ਼ਨਸ ਦੇ ਲਈ ਸਰਲ ਸਮੀਕਰਨਾਂ ਦੇ ਜੋੜੇ ਨੂੰ ਹੱਲ ਕਰਨ ਦੇ ਲਈ ਅਲਜਬਰਿਕ ਮੈਥਡ ਕਿਹੜੇ-ਕਿਹੜੇ ਆ। ਗ੍ਰਾਫਿਕ ਮੈਥਡ ਤੁਹਾਨੂੰ ਸਿਖਾਤਾ ਸੀ, ਇਹਦੇ ਵਿੱਚ ਬੱਚਿਓ ਜਾਂ ਆਉਂਦੀ ਹੈ ਅਕਸਰ ਕਈ ਵਾਰੀ ਇੱਕ ਪਾਸੇ ਗ੍ਰਾਫ ਵਾਲਾ ਦੇ ਦਿੰਦੇ ਆ, ਇੱਕ ਪਾਸੇ ਸਟੇਟਮੈਂਟ ਵਾਲਾ, ਜਾਂ ਉਸ ਤਰ੍ਹਾਂ ਅਲਜਬਰਿਕ ਮੈਥਡ ਨਾਲ ਸੋਲਵ ਕਰਨ ਵਾਲਾ ਕੁਐਸਚਨ ਜਿਹੜਾ ਹੈ ਪਾ ਦਿੱਤਾ ਜਾਂਦਾ ਹੈ। ਠੀਕ ਹੈ, ਹੁਣ ਅਲਜਬਰਿਕ ਮੈਥਡ ਸਾਡੇ ਕੋਲ ਕਿਹੜੇ ਹੈ? ਪਹਿਲਾ ਹੈਗਾ ਸਾਡੇ ਕੋਲ ਐਲੀਮੀਨੇਸ਼ਨ ਮੈਥਡ ਜਿਹਨੂੰ ਆਪਾਂ ਕਹਿੰਦੇ ਆ ਵਿਲੋਪਨ ਵਿਧੀ।
विलोपन विधि विच आपां की करते हैं कि या आपां x दे गुणांक बराबर कर लैंदे आ दोनों समीकरणों विच, या आपां y दे गुणांक जिहड़े आ बराबर कर लैंदे। ये असीं मतलब स्मार्टली देखना हुंदा भी किधर सानू काम घट है, भी किहड़ा गुणांक बराबर करके सानू फायदा है। ठीक है, x वाला करके फायदा है कि y वाला करके फायदा है, उहदे बारे तुहाडे टीचर्स भी तुहानू डिटेल दे विच दस्सणगे। इहनूं पंजाबी विच कहंदे आ विलोपन विधि, इंग्लिश च कहंदे एलिमिनेशन मैथड। सैकेंड मैथड इज सबसटीट्यूशन मैथड। सबसटीट्यूशन मीनस जिद्दां नाम है कि एक पासों वैल्यू कढ के दूजे पासे सबसटीट्यूट। सबसटीट्यूट का मतलब समझते हैं ना, प्रतिस्थापन। भी एक समीकरण दे विचों आपां x की वैल्यू कढ लैंदे आ ते दूजे समीकरण चों x की वैल्यू जिहड़ी आ आपां पा दांगे, तां उस मैथड नूं की कह दिंदे आ, सबसटीट्यूशन मैथड। थर्ड मैथड इज क्रॉस मल्टीप्लिकेशन मैथड, या इहनूं आपां कह दिंदे आ तिरछी गुना विधि। ठीक है, इहनूं 2312 के नाम नाल भी जानिया जाता है। इहदे च हुंदा, इहदे च भी गुणांकां दी वरतों करदे आ आपां। आ 2 नंबर किहनूं रिप्रजेंट करदा है, y दे गुणांक। ठीक है, 3 किहनूं रिप्रजेंट करदा है, c नूं। ठीक है, 1 किहनूं रिप्रजेंट करदा है, x दे गुणांक। ते 2 जिहड़ा है दोबारा आही जो अगे नंबर आया हुंदा है रिपीट हो जाता। तो इन्हां नूं आपां जिहड़ा है इदां क्रॉस करके जिहड़ा है वो सॉल्व करते हैं। तुहानूं कराया भी होएगा तुहाडे टीचर्स ने कि जदों आपां इन्हां दोनां नूं मल्टीप्लाई करते हैं तो वो प्लस 'च ही रहिंदा है, जदों आपां नीचला ते उपर वाला उधरला मल्टीप्लाई करते हैं तो उस वेले आपां की करते हैं, माइनस करते हैं। हुण बारी बारी आपां इन्हां मैथड्स नूं देखते हैं कि किस तरह असीं इन्हां दी हैल्प दे नाल जिहड़े है वो क्वेश्चनस जिहड़े आपां सॉल्व करने हैं। आ तुहाडे कोल दित्ते होया है रेखी समीकरण दिता होया, आ तुहाडा दिता होया पहला रेखी समीकरण, आ तुहाडा दिता होया सैकेंड रेखी समीकरण। हुण बच्चों इहनूं मैं सब तो पहला मैं तुहानूं विलोपन विधि एलिमिनेशन मैथड ही सिखाण लगी हैं, क्योंकि ये बच्चे थोड़ा ईजी फाइंड आउट करते हैं। उत्थे पेपर दे विच बहुत घट है कि विधि जिहड़ी स्पैसीफाई कीती हुंदी, तुहानूं जिहड़ी अच्छी लगदी तुसीं उहदे हिसाब नाल कर सकदे आ। हुण इहदे विच देखो, जे मैं x दे गुणांक बराबर करने आ, इत्थे मेरे कोल x दा गुणांक हैगा 3, इत्थे मेरे कोल x दा गुणांक हैगा 2, फिर मैं इनू 2 नाल मल्टीप्लाई करूंगी, इनू 3 नाल मल्टीप्लाई करूंगी। ठीक है, डबल काम मैनू करना पैना। बट हुण इत्थे मैनू दिख रहा कि इत्थे मेरे कोल y दा गुणांक हैगा 4, इत्थे मेरे कोल y दा गुणांक हैगा 2। मैं सिर्फ कल्ले इनू ही अगर मैं 2 दे नाल मल्टीप्लाई कर लां तो मेरा काम हो जाएगा। ठीक है, मेरे कोल इत्थे 4 आ जाएगा। उस तो बाद तुसीं दोनों समीकरणों नूं या तां जोड़दे हैं या फिर आपां घटाने हैं। हुण आपां इत्थे लिखते हैं कि मल्टीप्लाई, हुण मैं इहदे नाल करूँगी क्योंकि y दा सौखा है, तुसीं देखना किहड़ा आसानी नाल हो सकदा है। मल्टीप्लाई इक्वेशन 1 बाय, लोड़ ही नहीं है, बाय 1 जरूरत ही नहीं है कोई, एंड 2 बाय 2। ठीक है, एक नूं तां आपां इद्दां रहण देना, जरूरत ही नहीं है। 3x प्लस 4y बराबर किहदे आ गया, 10 दे। जदों मैं इनू 2 नाल मल्टीप्लाई करना, एक चीज़ का खास ख्याल रखना कि पूरी दी पूरी ही इक्वेशन नूं, समीकरण नूं 2 नाल मल्टीप्लाई करना। ये नहीं भी खब्बे पासे करके छड्ड देना, सज्जे पासे नूं भी नाल करना है। जदों तुसीं इनू 2 दे नाल मल्टीप्लाई करोगे, मैं एक बारी तुहानूं ब्रैकेट पा के दिखाई दिन्नी है, 2x माइनस 2y, ठीक है, इज इक्वल टू 2 इंटू 2। ठीक है, ये तुहाडे कोल की आ जाएगा 4x माइनस 4y इज इक्वल टू 4। हुण मेरे को इक्वेशनस की बन गया बच्चों, 3x प्लस 4y इज इक्वल टू कितना आ गया 10। दूजी मेरे को की बन गई 4x माइनस 4y इज इक्वल टू 4। हुण मैं की करूँगी, क्योंकि आपां एक नूं खत्म करना, या y नूं खत्म करना या x नूं। हुण मैं y दे गुणांक बराबर कर लिया, इत्थे भी मेरे को 4 है, इत्थे भी 4 है, इत्थे मेरे को प्लस 4y है, इत्थे मेरे को माइनस 4y है। जे मैं इन्हां दोनों नूं जोड़ांगी, ऐड करांगी, क्योंकि जे मैं माइनस करदी हां तो साइन बदल जाने। जे मैं इन्हां दोनों नूं जोड़दी हां तो ये दोनों जिहड़े आपस की हो जाणगे, कैंसल। 4y प्लस दे 4y माइनस दे एक दूजे नूं 0 बना देणगे। तो इत्थे बच्चों मेरे कोल की आ गया, 3 प्लस 4 की आ गया 7x इज इक्वल टू कितना आ गया, 10 प्लस 4 कितना हो गया तुहाडे कोल 14। 10 प्लस 4 कितना हो गया तुहाडे कोल 14। दैट मीनस कि x इज इक्वल टू 14 बटा 7 की आ जाएगा, x किदे बराबर आ जाएगा तुहाडे कोल 2 दे। x किदे बराबर आ जाएगा तुहाडे कोल 2 दे। ठीक है, हुण आ जिहड़ा x बराबर 2 है किसे विच पा दिओ, पुट x इज इक्वल टू 1 इन इक्वेशन 1।
1 ਨੰਬਰ ਜਿਹਨੂੰ ਮੈਂ ਦਿੱਤਾ ਸੀ, ਇਹ ਨੰਬਰਿੰਗ ਜ਼ਰੂਰ ਕਰਨੀ ਹੈ ਜਦੋਂ ਤੁਸੀਂ ਇਹ ਕੁਐਸਚਨ ਸੋਲਵ ਕਰਨੇ, ਨਹੀਂ ਤਾਂ ਫਿਰ ਗਲਤੀ ਹੋ ਜਾਂਦੀ ਹੈ। ਸੋ ਇਦਾਂ ਗਲਤੀ ਦੇ ਚਾਂਸ ਘਟ ਜਾਂਦੇ ਆ। ਪੁੱਟ x ਇਜ਼ ਇਕੁਅਲ ਟੂ 1 ਇਨ ਇਕੁਏਸ਼ਨ ਨੰਬਰ 1। ਹੁਣ ਇੱਥੇ ਜਦੋਂ ਮੈਂ ਪਾਉਂਗੀ ਤਾਂ ਮੇਰੇ ਕੋਲ ਕੀ ਆ ਜਾਏਗਾ, ਇੱਥੇ ਜਦੋਂ ਪਾਇਆ ਮੈਂ 3 ਇੰਟੂ 1 ਪਲੱਸ 4y ਕਿਹਦੇ ਬਰਾਬਰ ਆ ਜਾਏਗਾ 10 ਦੇ। ਠੀਕ ਹੈ, 3 ਇੰਟੂ 1 ਪਲੱਸ 4y ਜਿਹੜਾ ਸਾਡੇ ਕੋਲ ਕਿਹਦੇ ਬਰਾਬਰ ਆ ਜਾਏਗਾ 10। x ਬਰਾਬਰ 2 ਪੁੱਟ ਕਰਨਾ ਸੀ, x ਬਰਾਬਰ 2 ਨੂੰ ਕਿਹਦੇ 'ਚ ਪੁੱਟ ਕਰ ਦਿੱਤਾ ਇਕੁਏਸ਼ਨ ਨੰਬਰ 1 'ਚ। ਇੱਥੇ ਕੀ ਆ ਗਿਆ 3 ਇੰਟੂ 2 ਪਲੱਸ 4y ਇਜ਼ ਇਕੁਅਲ ਟੂ ਕਿੰਨਾ ਆ ਗਿਆ 10। 3 ਗੁਣਾ 2 ਕਿਹਦੇ ਬਰਾਬਰ ਆ ਗਿਆ 6, 6 ਪਲੱਸ 4y ਕਿਹਦੇ ਬਰਾਬਰ ਆ ਜਾਏਗਾ 10 ਦੇ। ਇਹਦਾ ਮਤਲਬ 4y ਬਰਾਬਰ ਕਿਤੇ ਆ ਜਾਏਗਾ, ਇਸ 6 ਨੇ ਉਧਰ ਜਾ ਕੇ ਕਾਹਦੇ ਹੋ ਜਾਣਾ ਮਾਈਨਸ ਦੇ। 4y ਜਿਹੜਾ ਕਿਹਦੇ ਬਰਾਬਰ ਆ ਜਾਏਗਾ ਤੁਹਾਡੇ ਕੋਲ 4 ਦੇ। ਦੈਟ ਮੀਨਸ y ਇਜ਼ ਇਕੁਅਲ ਟੂ 4/4 ਕਿਹਦੇ ਬਰਾਬਰ ਆ ਗਿਆ ਤੁਹਾਡੇ ਕੋਲ 1 ਦੇ। ਇਹਦਾ ਮਤਲਬ ਮੇਰੇ ਕੋਲ ਆਨਸਰ ਕੀ ਆਇਆ, x ਬਰਾਬਰ ਹੈ 2 ਐਂਡ y ਬਰਾਬਰ ਹੈ 1। ਹੁਣ ਬੱਚੋ ਜੇ ਤੁਸੀਂ ਚਾਹੁੰਦੇ ਹੋ ਤਾਂ ਇਹਨੂੰ ਤੁਸੀਂ ਵੈਰੀਫਾਈ ਕਰਕੇ ਦੇਖ ਸਕਦੇ ਆ ਕਿ ਤੁਹਾਡਾ ਆਨਸਰ ਜਿਹੜਾ ਹੈ ਉਹ ਸਹੀ ਹੈ ਜਾਂ ਗਲਤ ਹੈ। ਕਿਉਂਕਿ ਮੈਂ x 1 ਪਾ ਰਹੀ ਸੀ ਤਾਂ ਮੇਰੇ ਕੋਲ ਬਣ ਨਹੀਂ ਰਹੀ ਸੀ ਇਕੁਏਸ਼ਨ, ਮੈਨੂੰ ਉੱਥੋਂ ਹੀ ਪਤਾ ਲੱਗ ਗਿਆ ਕਿ ਇਹ ਮੈਂ ਗਲਤ ਕੁਝ ਹੋ ਗਿਆ। ਠੀਕ ਹੈ, ਸੋ ਜਦੋਂ ਤੁਸੀਂ ਇੱਥੇ x ਬਰਾਬਰ ਹੈ 2 ਪਾਉਂਗੇ, 3 ਦੂਣੀ ਕਿੰਨਾ ਆ ਗਿਆ 6 ਪਲੱਸ y 1 ਹੈ, 4 ਗੁਣਾ 1 ਕਿੰਨਾ ਆ ਗਿਆ 4, 6 ਪਲੱਸ 4 ਕਿੰਨਾ ਹੁੰਦਾ 10, 10 ਇਜ਼ ਇਕੁਅਲ ਟੂ 10। ਇਹਦਾ ਮਤਲਬ ਮੇਰੀਆਂ ਦੋਨੋਂ ਵੈਲਿਊਜ਼ ਜਿਹੜੀਆਂ ਆ ਮੇਰਾ ਆਨਸਰ ਕੀ ਹੈ ਬਿਲਕੁਲ ਸਹੀ। ਤੁਸੀਂ ਨਾਲ ਦੀ ਨਾਲ ਹੀ ਇਸ ਦੀ ਜਿਹੜੀ ਹੈ ਪੜਤਾਲ ਹੈ ਉਹ ਵੀ ਕਰ ਸਕਦੇ ਹਾਂ। ਉਸ ਤੋਂ ਬਾਅਦ ਦੇਖੋ ਤੁਹਾਡੇ ਕੋਲ ਆ ਜਾਂਦੇ ਅਕਸਰ ਸਟੇਟਮੈਂਟ ਵਾਲੇ ਕੁਐਸਚਨ, ਵਰਡ ਪ੍ਰੋਬਲਮਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ। ਇਹਦੇ ਵਿੱਚ ਤੁਹਾਨੂੰ ਜਿਹੜੀ ਹੈ ਉਹ ਸਮੀਕਰਨ ਸਿੱਧੀ ਨਹੀਂ ਦਿੱਤੀ ਹੁੰਦੀ। ਪਹਿਲਾਂ ਤੁਸੀਂ ਵਰਡ ਪ੍ਰੋਬਲਮ ਦੀ ਹੈਲਪ ਦੇ ਨਾਲ ਜਿਹੜਾ ਹੈ ਉਹ ਕੀ ਹੈ ਇਕੁਏਸ਼ਨਸ ਬਣਾਓਗੇ। ਇੱਕ ਇੱਕ ਨੰਬਰ ਹੁੰਦਾ ਇੱਕ ਇਕੁਏਸ਼ਨ ਬਣਾਉਣ ਦਾ। ਹੁਣ ਕਹਿੰਦਾ ਕਿ ਦੋ ਸੰਖਿਆਵਾਂ ਦਾ ਅੰਤਰ ਕਿੰਨਾ ਹੈ 26। ਠੀਕ ਹੈ, ਮੰਨ ਲਓ ਪਹਿਲਾਂ ਕੀ ਸੰਖਿਆਵਾਂ ਮੰਨਾਂਗੇ। ਮੰਨ ਲਓ ਸੰਖਿਆਵਾਂ ਕੀ ਹੈ ਸਾਡੇ ਕੋਲ, ਮੈਨੂੰ ਪਤਾ ਨਹੀਂ ਕਿਹੜੀ ਛੋਟੀ ਹੈ ਕਿਹੜੀ ਵੱਡੀ ਹੈ। ਸੰਖਿਆ ਕੀ ਹੈ x ਅਤੇ ਦੂਜੀ ਕੀ ਹੈ y ਹਨ। ਠੀਕ ਹੈ, ਮੈਂ ਮੰਨ ਲਿਆ ਕਿ ਜਿਹੜੀ x ਹੈ that is greater than y। ਠੀਕ ਹੈ, x ਜਿਹੜੀ ਹੈ y ਤੋਂ ਕੀ ਹੈ ਵੱਡੀ ਹੈ। ਹੁਣ ਮੈਨੂੰ ਦਿੱਤਾ ਕੀ ਹੈ, ਕੰਡੀਸ਼ਨ ਕੀ ਦਿੱਤੀ ਹੈ, ਗਿਵਨ ਕੀ ਹੈ, ਅਕੋਰਡਿੰਗ ਟੂ ਕੰਡੀਸ਼ਨ ਮੇਰੇ ਕੋਲ ਕੀ ਹੈ, ਅਕੋਰਡਿੰਗ ਟੂ ਕੰਡੀਸ਼ਨਸ। ਦੋ ਕੰਡੀਸ਼ਨਸ ਬੇਟੇ ਇੱਥੇ ਤੁਹਾਨੂੰ ਅਕਸਰ ਦਿੱਤੀਆਂ ਹੋਣਗੀਆਂ, ਉਹਨਾਂ ਦੀ ਹੈਲਪ ਦੇ ਨਾਲ ਹੀ ਅਸੀਂ ਜਿਹੜਾ ਸਮੀਕਰਨ ਬਣਾ ਸਕਦੇ ਹਾਂ। ਅਕੋਰਡਿੰਗ ਟੂ ਕੰਡੀਸ਼ਨ ਗਿਵਨ ਜਾਂ ਅਕੋਰਡਿੰਗ ਟੂ ਗਿਵਨ ਕੰਡੀਸ਼ਨ ਸਾਡੇ ਕੋਲ ਕੀ ਹੈ x ਮਾਈਨਸ y ਜਿਹੜਾ ਹੈ ਦੈਟ ਇਜ਼ ਇਕੁਅਲ ਟੂ 26। ਦੋਨਾਂ ਸੰਖਿਆਵਾਂ ਦਾ ਅੰਤਰ ਦਿੱਤਾ ਹੋਇਆ ਨਾ, ਇਹਦਾ ਮਤਲਬ x ਮਾਈਨਸ y ਕਿਹਦੇ ਬਰਾਬਰ ਹੈ 26। ਆ ਹੋ ਗਈ ਤੁਹਾਡੀ ਪਹਿਲੀ ਕੰਡੀਸ਼ਨ। ਸੈਕਿੰਡ ਕੰਡੀਸ਼ਨ ਕੀ ਹੈ, ਇੱਕ ਸੰਖਿਆ ਦੂਜੀ ਸੰਖਿਆ ਦਾ ਕੀ ਹੈ 3 ਗੁਣਾ। x ਕਿਉਂਕਿ ਵੱਡੀ ਹੈ, x ਕਿਹਦੇ ਬਰਾਬਰ ਹੈ 3 ਟਾਈਮਸ y। x ਕਿਹਦੇ ਬਰਾਬਰ ਹੈ 3y ਦੇ ਬਰਾਬਰ। ਠੀਕ ਹੈ, ਹੁਣ ਮੈਂ ਇਹਨੂੰ ਕੀ ਲੈ ਲਿਆ, ਸਮੀਕਰਨ ਨੰਬਰ ਕੀ ਲੈ ਲਿਆ 2। ਠੀਕ ਹੈ, ਪੁੱਟ x is equal to 3y in equation number 1। x ਬਰਾਬਰ ਹੈ 3y ਨੂੰ ਮੈਂ ਇੱਕ ਨੰਬਰ ਇਕੁਏਸ਼ਨ 'ਚ ਪਾ ਦਿੰਨੀ। ਹੁਣ ਜਿੱਥੇ x ਹੈ ਉਹਦੀ ਥਾਂ ਤੇ ਮੈਂ ਕੀ ਲਿਖ ਦਿੱਤਾ ਬੱਚਿਓ 3y। ਬਹੁਤ ਈਜ਼ੀ ਕੁਐਸਚਨ ਹੈ ਇਹ। 3y ਮਾਈਨਸ y ਕਿਹਦੇ ਬਰਾਬਰ ਹੈ ਤੁਹਾਡੇ ਕੋਲ 26 ਦੇ ਬਰਾਬਰ ਹੈ। ਇਹਦਾ ਮਤਲਬ 2y ਤੁਹਾਡੇ ਕੋਲ ਕਿਹਦੇ ਬਰਾਬਰ ਹੋ ਗਿਆ 26 ਦੇ। ਇਹਦਾ ਮਤਲਬ ਕੀ ਹੈ ਕਿ y ਜਿਹੜਾ ਹੈ ਉਹ ਤੁਹਾਡੇ ਕੋਲ ਕਿਹਦੇ ਬਰਾਬਰ ਹੋ ਗਿਆ 26/2 ਦੈਟ ਇਜ਼ ਇਕੁਅਲ ਟੂ 13। y ਮੇਰੇ ਕੋਲ ਕਿੰਨਾ ਆ ਗਿਆ 13। ਹੁਣ ਜਿਹੜਾ y ਕੱਢਿਆ ਹੈ ਇਹਨੂੰ ਆਪਾਂ ਜਿਹਦੇ 'ਚ ਮਰਜ਼ੀ ਪਾ ਲਓ, ਚਾਹੇ 2 'ਚ ਪਾ ਲਓ ਚਾਹੇ 1 'ਚ ਪਾ ਦਿਓ। y ਬਰਾਬਰ ਹੈ 13 ਨੂੰ 2 ਵਿੱਚ ਭਰਨ ਤੇ ਸਾਨੂੰ ਕੀ ਮਿਲੇਗਾ, x ਬਰਾਬਰ ਹੈ 3 ਗੁਣਾ y ਕਿੰਨਾ ਸੀ 13, 3 ਗੁਣਾ 13 x ਕਿੰਨਾ ਆ ਗਿਆ ਮੇਰੇ ਕੋਲ 39। y ਮੇਰੇ ਕੋਲ 13 ਹੈ, x ਕਿੰਨਾ ਆ ਗਿਆ ਮੇਰੇ ਕੋਲ 39। ਹੁਣ ਦੇਖੋ ਆਨਸਰ ਚੈੱਕ ਕਰੀਏ ਆਪਾਂ ਪਹਿਲੇ ਵਾਲੀ ਚ ਪਾ ਕੇ ਦੇਖੀਏ। x ਦੀ ਜਗ੍ਹਾ ਤੇ ਮੈਂ 39 ਲਿਖ ਦਿੱਤਾ, y ਦੀ ਜਗ੍ਹਾ ਤੇ ਮੈਂ 13 ਲਿਖਤਾ। 39 ਮਾਈਨਸ 13 ਬੱਚਿਓ ਕਿੰਨੇ ਹੁੰਦੇ ਆ 26। ਰਾਈਟ ਹੈਂਡ ਸਾਈਡ ਵੀ ਸਾਡੇ ਕੋਲ 26 ਹੈ, ਦਾ ਮਤਲਬ ਮੇਰਾ ਆਨਸਰ ਬਿਲਕੁਲ ਠੀਕ ਹੈ। ਤੇ ਜੇ ਮੈਂ ਇੱਥੇ ਭਰਦੀ ਹਾਂ ਤਾਂ x ਮੇਰੇ ਕੋਲ 39 ਹੈ, y 13, 13 ਤੀਆ ਵੀ ਕਿੰਨੇ ਹੁੰਦੇ ਆ 39 ਹੈ। ਦਾ ਮਤਲਬ ਜੋ ਅਸੀਂ ਕੁਐਸਚਨ ਦਾ ਆਨਸਰ ਕੱਢਿਆ ਬਿਲਕੁਲ ਠੀਕ ਹੈ। ਸੋ ਇਸ ਜਦੋਂ ਵਰਡ ਪ੍ਰੋਬਲਮ ਤੁਹਾਨੂੰ ਦਿੱਤੀ ਹੈ ਉਹਦੇ ਚੋਂ ਜਿਹੜੀ ਸਟੇਟਮੈਂਟ ਤੁਸੀਂ ਬਣਾਉਣੀ ਹੈ ਉਹ ਚੰਗੀ ਤਰ੍ਹਾਂ ਜਿਹੜੀ ਹੈ ਉਹ ਸਮਝ ਕੇ ਉਸ ਨੂੰ ਬਣਾਉਣਾ ਹੈ।
ਉਸ ਤੋਂ ਬਾਅਦ ਕਈ ਵਾਰੀ ਤੁਹਾਡੇ ਕੋਲ ਇਸ ਤਰ੍ਹਾਂ ਦੇ ਕੁਐਸਚਨ ਆ ਜਾਂਦੇ ਆ ਕਿ ਜਿਹਦੇ ਵਿੱਚ ਤੁਹਾਨੂੰ ਸਿੱਧੀ ਰੇਖੀ ਸਮੀਕਰਨ ਜਿਹੜੀ ਹੈ ਨਹੀਂ ਦਿੱਤੀ, ਉਹਨੂੰ ਅਸੀਂ ਕੀ ਹੈ ਰੇਖੀ ਸਮੀਕਰਨ ਦੇ ਵਿੱਚ ਰਿਡਿਊਸ ਕਰਦੇ ਆ। ਆਪਾਂ ਇੱਥੇ ਕੀ ਲਿਖ ਦਿੰਨੇ ਆ, ਪੁੱਟ 1/x is equal to u and 1/y is equal to v। ਤਾਂ ਆ ਮੇਰੇ ਕੋਲ ਕੀ ਆ ਜਾਏਗੀ, ਜਦੋਂ ਮੈਂ ਇੱਥੇ 1/x ਨੂੰ u ਭਰ ਦਿੱਤਾ ਤਾਂ ਮੇਰੇ ਕੋਲ ਕੀ ਆ ਗਿਆ, u/2 प्लस v/3 बराबर है 2 दे। तो इधर मेरे को की आ गया u/3 प्लस v/2 बराबर है 13/6 दे। हुण इहदा मैं देखो एलसीएम हुण मैं बराबर करना, इत्थे मैं की ले लिया एलसीएम ले लिया, की आ गया मेरे को 3 दूनी 6। इधर की बन गया 3u प्लस 2v बराबर है 2 दे। जां आपां ये कह दिंने आ इत्थों की निकलिया साडे कोल 3u प्लस 2v बराबर है 12 दे। 3u प्लस 2v बराबर है 12 दे। ते इधर की आ गया तुहाडे कोल, इहदे तो की मिल रहा सानू, इत्थे भी हर जिहड़ा 6 आ जाएगा। ये की आ गया तुहाडे कोल 2u प्लस 3v बराबर है किदे आ जाएगा 13/6 दे। ये दोनों खत्म हो जाओगे तो इक्वेशन मेरे कोल की बन गई 2u प्लस 3v बराबर है 13 दे। ठीक है, हुण इत्थे भी बच्चों आपां जिहड़े है गुणांक है उन्हां नूं बराबर करांगे। ठीक है, मैं तुहानूं एक मैथड चंगी तरह सिखा दिंनी आ, बाकी दे 2 मैथड जिहड़े तुहाडे टीचर्स तुहानूं सिखाणगे उन्हां चों भी तुसीं जिहड़ा अच्छा लग्गिया उहनूं यूज़ कर सकदे आ। हुण इहदे विच इहदा गुणांक की है 3, इहदा की है 2। हुण मैं 1 नूं इहनूं ले लिया नंबर 1, इहनूं ले लिया नंबर 2 2, इहनूं 1 नूं 2 नाल गुना करो, 1 नूं 2 नाल अते 2 नूं 3 नाल, हो जाऊगा ना 6। ਇਹਦੇ ਨਾਲ ਉਹਨੂੰ ਉਹਦੇ ਨਾਲ ਇਹਨੂੰ 3 ਨਾਲ ਗੁਣਾ ਕਰਨ ਤੇ ਸਾਡੇ ਕੋਲ ਕੀ ਆ ਜਾਏਗਾ 6u प्लस 4v 6u प्लस की आ जाएगा मेरे को 4v बराबर है किधे आएगा 6u प्लस 4v बराबर है 12 दूना 24 बराबर है 24। तो इधर की आ जाएगा मेरे को 6u प्लस इनू आपां 3 नाल कर रहे हैं 9v बराबर है 39 प्लस 9v बराबर किधे आ जाएगा बच्चों 39 दे। हुण देखो ये दोनों बराबर हो गए, मैं घटा दिनी दोनों नूं, घटाऊँगी तां ही कट्टणगे। आ कट गया, इधर की आ गया माइनस दे 5v इज इक्वल टू माइनस दे किन्ने आ गए तुहाडे कोल 15। दैट मीनस v किन्ना आ गया तुहाडे कोल -15 बटा -5 किन्ना आ जाएगा तुहाडे कोल 3। हुण v बराबर है 3 नूं आपां किहदे च भर दिंने आ 1 विच, v बराबर है 3 नूं आपां काहदे विच भरना है 1 विच। ठीक है, इत्थे की सीगा तुहाडे कोल की समीकरण सी 3u प्लस 2v बराबर है 12, 3u प्लस 2v बराबर किन्ना सीगा 12। इहदे विच आपां भर रहे हैं v बराबर है 3 नूं। इत्थे क्या आ जाऊगा तुहाडे कोल 3u प्लस 3 दूनी किन्ना आ गया 6 बराबर किहदे आ गया 12। 3u किहदे बराबर आ जाऊगा 12 माइनस 6, 3u किहदे बराबर आ गया 6 दे, ते u किहदे बराबर आ गया 6/3 किन्ना आ गया बच्चों 2 दे। ਇਹਦਾ मतलब u बराबर आ गया मेरे को 2 दे ते v बराबर आ गया मेरे को 3 दे। u मैं किनू मन्निया सीगा u इज इक्वल टू किन्ना 1/x, या आपां ये कह दिंने x बराबर है 1/u। ਇਹਦਾ मतलब x मेरे को किन्ना हो गया 1/2, इदां ही y मेरे को किन्ना आ जाएगा बच्चों 1/3। सो ये आंसर है। ਇਹਦਾ मतलब असी इस तरह उसनू अगर सानू सीधी रेखी समीकरण नहीं दिती तो असी उन्होंने रिड्यूस कर सकते हैं। क्वेश्चन बच्चों बहुत ही ज़्यादा इंपॉर्टेंट है कि एक किश्ती 10 घंटिया धारा की दिशा के उल्ट 30 किलोमीटर ਅਤੇ धारा की दिशा के अनुसार 44 किलोमीटर जाती है। 13 घंटिया ये धारा की दिशा के उल्ट 40 किलोमीटर ਅਤੇ धारा की दिशा के अनुसार किन्नी जाती है 55 किलोमीटर। धारा की चाल ਅਤੇ किश्ती की चाल जी स्थिर पानी के असी जी पता करनी है। ठीक है, धारा की चाल ਅਤੇ किश्ती की स्थिर पानी चाल। हुण देखो ये इस तरह की फिगर है, एक जोड़ा है इदां जा रहा, ठीक है, एक जोड़ा इदां जा रहा। हुण तुसीं बच्चों साइकिल ते अक्सर घर जाते हैं, तुसीं हुण देखो जे हवा का रुख तुहाडे वल नूं होऊगा तो तुहानूं जोर जिहड़ा ज़्यादा लाना पऊगा। जे हवा पिछे दे आ रही है तो तुहाडा जिहड़ा साइकिल है अपने आप ही जिहड़ा है वो रिड़दा जांदा है। सो इदां ही जे धारा की चाल किश्ती की चाल दे नाल वल नूं होऊगी तो किश्ती फटाफट दौड़ती जाऊगी, उन्हें मतलब किश्ती की चाल नूं वधा देना, इनक्रीज करना। जे धारा की चाल किश्ती की चाल तो उल्ट होगी तो किश्ती वाले नूं जोर बहुत लगाना पऊगा, उहदी चाल अपनी घट जाऊगी, उहदे विचों की होगी माइनस होगी। क्वेश्चन नूं ध्यान नाल समझिओ इहदी, क्योंकि स्टेटमेंट तो
इक्वेशन बनानी ही थोड़ी जी वो है, बाकी क्वेश्चन ईजी है। हुण मान लिया मैं किश्ती की जिहड़ी पानी च चाल की है x किलोमीटर प्रति आवर। तुसीं पढ़िया होया है साइंस दे विच भी जिहड़ी चाल दा यूनिट हुंदा वो की हुंदा किलोमीटर प्रति घंटा, ते जिहड़ा चाल दा फार्मूला हुंदा है वो किहदे बराबर हुंदा है, दूरी तय कीती दूरी बटा की हुंदा है समा। चाल दा फार्मूला हुंदा तय कीती दूरी बटा समा। किश्ती दी स्थिर पानी च चाल ले ली मैं x किलोमीटर पर आवर, धारा दी चाल कितनी होगी y किलोमीटर पर आवर। हुण जे किश्ती जिहड़ी है धारा दी दिशा दे अनुसार चलदी है तो आ चाल जिहड़ी है उहदे विच की होगी, प्लस होगी, क्योंकि उहने उहनूं धक्का लाउणा है, ठीक है, मतलब आसानी नाल ही वो तैरी जानी है। तो जे धारा की दिशा के उल्ट है तो वह जी चाल वो चो माइनस होगी, x माइनस वाई है। मैं तुहानूं साइकिल की एग्जाम्पल दे के समझाया बड़ी अच्छी तरह के नाल, ठीक है। हुण इस तो बाद की है कि जदों किश्ती 30 किलोमीटर धारा के उल्ट चलती है तो किश्ती द्वारा लिया गया समा की होगा। हुण जे मैं इत्थे समा कढ़ना है तो की आ जाऊगा, दूरी बटा चाल। दूरी कितनी तय की उन्हें, 30 किलोमीटर। चली की है धारा के उल्ट, धारा के उल्ट यदा मतलब वो चाल की होगी x माइनस वाई, ठीक है। जदों 44 किलोमीटर धारा की दिशा दे विच चलती है तो किश्ती द्वारा लिया गया समा की है 44 किलोमीटर की हो गया तुहाडी तय की दूरी। किश्ती की चाल कितनी होगी तुहाडे कोल x प्लस वाई, क्योंकि ये की है विच ऐड होनी। ये पूरे काम नूं कितना समा लग्या है उन्होंने 10 घंटे, ठीक है। ये टोटल दोनों च लिया गया समा की है तुहाडे कोल 10 घंटे। ਇਹਦਾ मतलब की आ गया, पहली मेरी सी किश्ती धारा की दिशा के उल्ट की हो गया 30 बटा एक्स माइनस वाई प्लस 44 बटा एक्स प्लस वाई इज इक्वल टू 10, ठीक है। दूसरी स्थिति की दी है उन्हें मैनू कि किश्ती जी 13 घंटिया 40 किलोमीटर धारा की दिशा के उल्ट 40 किलोमीटर तय की दूरी, धारा की दिशा के उल्ट की होगी, चाल कितनी आ गई तुहाडे कोल एक्स माइनस वाई, अते 55 किलोमीटर धारा की दिशा के अनुसार चलती है। तो सानू समीकरण की मिले 55 बटा एक्स प्लस वाई, ये किदे बराबर आ गया 13 के। आ मेरे को फर्स्ट इक्वेशन बन गई, आ मेरे को जी की है सैकेंड इक्वेशन बन गई। हुण जिद्दां मैं तुहानू पिछे सवाल करके दिखाया एक्स माइनस वाई 1 बटा एक्स माइनस वाई नूं असीं की पुट कर लिया यू, 1 बटा एक्स प्लस वाई नूं मैं की पुट कर लिया वी। साडे कोल ये दोवें समीकरण की बन जाणगे 30u प्लस 44v बराबर है 10, क्योंकि उन्हें 10 घंटे का समा लिया सी। दूसरा की बन गया तुहाडे कोल 40u प्लस 55v इज इक्वल टू कितना आ गया 13। हुण देखो इत्थे आपां गुणांक बराबर करने हैं, इत्थे की है 30 है, इत्थे की है 40 है। इनू जे मैं 4 नाल गुणा करदा 120 बन जाऊगा, इनू मैं 3 नाल गुणा करदे तो मेरे कोल की बन जाऊगा 120। आपां इनू गुणा कीती है 4 नाल, इधर भी देखो 40 बन गया, इधर 176 भी बन जाऊगा। तो जो 2 नूं मैं 3 नाल गुणा करांगी तो मेरे को की बन गया 120u प्लस 165v किते बराबर हो गया 39। हुण दोनों नूं आपां की कर दिता माइनस, ठीक है। जो माइनस किया आ तुहाडे कोल कट गया, इधरले पासे की बचा तुहाडे कोल 11v इज इक्वल टू 1, ਇਹਦਾ मतलब v किदे बराबर आ गया तुहाडे कोल 1 बटा 11। हुण इहनूं मैं ले लिया नंबर 1 विचों, ठीक है। जदों मैं v बराबर 1 बटा 11 नूं इहदे विच भरिया, तुसीं इहदे च भी भर सकदे हो जे चाहो तो 120u प्लस 176 गुना 1 बटा 11, ये नाल की है कट्टिया जाएगा 11 एकम 11, 11 छीक 66, ठीक है। ये तुहाडे कोल की आ जाएगा 120u किदे बराबर आ जाएगा 40 माइनस 16 किन्ने हुंदे बच्चों 24, तो यदा मतलब है जिहड़ा u तुहाडे कोल है वो किदे बराबर आ जाऊगा 24 बटा 120 दैट इज इक्वल टू 1 बटा 5। इसे तरह जिहड़ा तुहाडा 1 बटा एक्स प्लस वाई है वो की v 1 बटा 11 आ गया, u तुहाडा 1 बटा 5 आ गया। हुण इहदे तो की है आपां जिहड़ा है सॉल्व कर लांगे, इहनूं की आ जाऊगा एक्स माइनस वाई इज इक्वल टू की आ जाऊगा 5 तो एक्स प्लस वाई की आ जाऊगा तुहाडा 11। एक बारी दोनों नूं ऐड कर लिया, माइनस है प्लस है, 2x किदे बराबर हो गया 16, x किदे बराबर आ गया 8, तो x 8 जे मैं इहदे च पानी है 8 माइनस वाई किदे बराबर है 5 दे, तो y किदे बराबर आ जाएगा तुहाडे कोल 8 माइनस 5। हुण x की सी मेरे कोल किश्ती दी स्थिर पानी दे विच चाल, वो की आ गई मेरे को 8 किलोमीटर प्रति घंटा। वाई जड़ा तुहाडे कोल की आ गया 3, वाई की सी धारा की चाल, धारा की चाल तुहाडे कोल की आ गई 3 किलोमीटर प्रति घंटा। सो बच्चे उम्मीद है कि बहुत सारे होर भी मैथड सीगे, तुहानू मेरा लैक्चर जड़ा पसंद आया होएगा। ए वाले क्वेश्चनस भी तुसीं जड़े करने हैं, तिरछी गुणा विधि भी सीखनी है। तो थैंक यू वेरी मच, उम्मीद है कि तुसीं अच्छी तरह मेहनत करोगे। थैंक यू सो मच।